काल रहत अनकाल ਸਰੂਪਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਉਹ ਮੌਤ ਤੋਂ ਰਹਿਤ ਹੈ, ਕਾਲ ਤੋਂ ਰਹਿਤ ਹੈ। ਪਰਮਾਤਮਾ ਦੇ ਉੱਤੇ ਮੌਤ ਦਾ ਪ੍ਰਭਾਵ ਨਹੀਂ, ਪਰਮਾਤਮਾ ਦੇ ਉੱਤੇ ਕਾਲ ਦਾ ਪ੍ਰਭਾਵ ਨਹੀਂ। ਅਤੇ ਮੈਂ ਕਈ ਵਾਰ ਬੇਨਤੀ ਕਰਦਾ ਹੁੰਨਾ ਖਾਲਸਾ ਜੀ ਕਿ ਵੇਖੋ, ਜਿਸ ਪਰਮਾਤਮਾ ਦੇ ਉੱਤੇ ਕਾਲ ਦਾ ਪ੍ਰਭਾਵ ਨਹੀਂ, ਅਸੀਂ ਉਸ ਪਰਮਾਤਮਾ ਨੂੰ ਵੀ ਕਾਲ ਦੇ ਪ੍ਰਭਾਵ ਦੇ ਵਿੱਚ ਚੇਤੇ ਕਰਦੇ ਹਾਂ। ਕਾਲ ਕੀ ਹੈ? ਸਮਾਂ। ਕਾਲ ਕੀ ਹੈ? ਟਾਈਮ। ਅਤੇ ਅਸੀਂ ਸਾਰੇ ਇੱਕ ਸਮੇਂ ਦੇ ਪ੍ਰਭਾਵ ਦੇ ਵਿੱਚ ਹੀ ਪਰਮਾਤਮਾ ਨੂੰ ਚੇਤੇ ਕਰਦੇ ਹਾਂ। ਮੇਰੇ ਕਹਿਣ ਤੋਂ ਭਾਵ ਕਿ ਕਾਲ ਤੋਂ ਰਹਿਤ, ਸਮੇਂ ਤੋਂ ਰਹਿਤ, ਸਮੇਂ ਦੇ ਪ੍ਰਭਾਵ ਤੋਂ ਮੁਕਤ ਪਰਮਾਤਮਾ ਨੂੰ ਜਦੋਂ ਚੇਤੇ ਕਰੀਏ ਨਾ, ਫਿਰ ਪਹਿਲਾਂ ਖੁਦ ਆਪਣੀ ਸੁਰਤ ਨੂੰ ਵੀ ਸਮੇਂ ਦੇ ਪ੍ਰਭਾਵ ਤੋਂ ਰਹਿਤ ਕਰੀਏ। ਕਿਉਂਕਿ ਅਕਸਰ ਵੇਖਣ ਵਿੱਚ ਆਉਂਦਾ, ਗੁਰੂ ਕਾ ਸਿੱਖ ਜਾਂ ਜਪਜੀ ਸਾਹਿਬ ਸ਼ੁਰੂ ਕਰੇ, ਭਾਵੇਂ ਪੰਜਾਂ ਬਾਣੀਆਂ ਦਾ ਨਿਤਨੇਮ ਸ਼ੁਰੂ ਕਰੇ, ਸਿਮਰਨ ਸ਼ੁਰੂ ਕਰੇ, ਜਾਂ ਕਹਿ ਲਈਏ ਸੁਖਮਨੀ ਸਾਹਿਬ ਜਾਂ ਅਕਾਲ ਉਸਤਤ ਸਾਹਿਬ ਜੀ ਦੀ ਬਾਣੀ ਦਾ ਜਾਪ ਸ਼ੁਰੂ ਕਰੇ, ਜਾਂ ਸਹਿਜ ਪਾਠ ਸ਼ੁਰੂ ਕਰੇ, ਅਤੇ ਪਿਆਰ ਵਾਲਿਓ ਇੱਕ ਪੌੜੀ ਜਾਂ ਇੱਕ ਅੰਗ ਬਹੁਤ ਔਖਾ ਕਰੇਗਾ ਅਤੇ ਨਾਲ ਹੀ ਸਮੇਂ ਵੱਲ, ਘੜੀ ਵੱਲ ਨਿਗਾਹ ਚੱਲ ਜਾਂਦੀ ਹੈ ਵੀ ਸਮਾਂ ਕਿੰਨਾ ਕੁ ਹੋ ਚੁੱਕਿਆ, ਸਮਾਂ ਕਿੰਨਾ ਕੁ ਬੀਤ ਚੁੱਕਿਆ। ਪਰ ਮੈਂ ਬੇਨਤੀ ਕਰਾਂ ਕਿ ਪ੍ਰਾਪਤੀ ਉਹਦੀ ਕਰਨੀ ਚਾਹੁੰਦੇ ਹਾਂ ਜਿਹੜਾ ਸਮੇਂ ਵਿੱਚ ਨਹੀਂ ਆਉਂਦਾ, ਪਰ ਪ੍ਰਾਪਤੀ ਖੁਦ ਸਮੇਂ ਵਿੱਚ ਰਹਿ ਕੇ ਕਰਨੀ ਚਾਹੁੰਦੇ ਹਾਂ। ਸੋ ਯਤਨ ਕਰੀਏ ਕਿ ਜਦੋਂ ਬਾਣੀ ਪੜ੍ਹੀਏ, ਜਦੋਂ ਸਿਮਰਨ ਕਰੀਏ, ਜਦੋਂ ਉਸ ਕਾਲ ਤੋਂ ਰਹਿਤ ਪ੍ਰਮਾਤਮਾ ਨੂੰ ਚੇਤੇ ਕਰੀਏ, ਸਮੇਂ ਦੇ ਪ੍ਰਭਾਵ ਤੋਂ ਰਹਿਤ ਪ੍ਰਮਾਤਮਾ ਨੂੰ ਚੇਤੇ ਕਰੀਏ, ਫਿਰ ਖੁਦ ਵੀ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੋਈਏ, ਸਮੇਂ ਦੇ ਪ੍ਰਭਾਵ ਤੋਂ ਮੁਕਤ ਹੋਈਏ। ਕੋਈ ਗੱਲ ਨਹੀਂ ਖਾਲਸਾ ਜੀ, ਸਤਿਗੁਰੂ ਨੇ ਕਿਰਪਾ ਕੀਤੀ ਹੈ। 8 ਪਹਿਰ ਜੀਵਨ ਦੇ ਵਿੱਚ ਦਿੱਤੇ ਨੇ, ਦਿਨ ਦੇ 8 ਪਹਿਰ ਦਿਨ ਦੇ ਦਿੱਤੇ ਨੇ। ਜੇ 2 ਪਹਿਰ ਵੀ ਪਰਮਾਤਮਾ ਨੂੰ ਚੇਤੇ ਕਰ ਲਈਏ ਅਤੇ ਮੈਂ ਸਮਝਦਾ ਕਿ ਤਾਂ ਵੀ ਬਹੁਤ ਸਮਾਂ ਜਿਹੜਾ ਕਿ ਬੰਦੇ ਦੇ ਲਈ ਦਿਨ ਦੇ ਵਿੱਚ ਬਚ ਜਾਂਦਾ, ਕੰਮਾਂ ਕਾਰਾਂ ਦੇ ਲਈ ਬਚ ਜਾਂਦਾ। ਸੋ ਯਤਨ ਕਰਨਾ ਚਾਹੀਦਾ ਕਿ ਸਮੇਂ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਫਿਰ ਹੀ ਬਾਣੀ ਪੜ੍ਹਨੀ ਚਾਹੀਦੀ ਹੈ। ਕਈ ਮਹਾਂਪੁਰਖ ਤੇ ਵੀ ਕਿਹਾ ਕਰਦੇ ਨੇ ਕਿ ਬਾਣੀ ਪੜ੍ਹਨ ਲੱਗਿਆਂ ਬਲਕਿ ਘੜੀਆਂ ਬਾਹਰ ਕੱਢ ਦੇਣੀਆਂ ਚਾਹੀਦੀਆਂ, ਕਿਉਂਕਿ ਘੜੀਆਂ ਹੀ ਨੇ, ਇਹ ਸਮਾਂ ਹੀ ਹੈ ਜਿਹੜਾ ਬੰਦੇ ਨੂੰ ਪਰਮਾਤਮਾ ਦੇ ਨਾਲ ਜੁੜਨ ਨਹੀਂ ਦਿੰਦਾ। ਇਹ ਕਾਲ ਹੀ ਹੈ ਜਿਹੜਾ ਬੰਦੇ ਦੀ ਸੁਰਤ ਨੂੰ ਉਸ ਅਕਾਲ ਦੀ ਸੁਰਤ ਦੇ ਵਿੱਚ ਟਿਕਣ ਨਹੀਂ ਦਿੰਦਾ। ਸੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਨੇ, ਮੌਤ ਤੋਂ ਰਹਿਤ ਹੈ, ਕਾਲ ਤੋਂ ਰਹਿਤ ਹੈ, ਸਮੇਂ ਤੋਂ ਰਹਿਤ ਹੈ। ਔਰ ਉਸ ਪਰਮਾਤਮਾ ਦਾ ਜੋ ਸਰੂਪ ਹੈ ਅਨਕਾਲ ਸਰੂਪਾ, ਉਸ ਪਰਮਾਤਮਾ ਦਾ ਸਰੂਪ ਉਹ ਵੀ ਪਰਮਾਤਮਾ ਦਾ ਸਰੂਪ ਵੀ ਕਾਲ ਤੋਂ ਰਹਿਤ ਹੈ, ਮੌਤ ਦੇ ਪ੍ਰਭਾਵ ਤੋਂ ਰਹਿਤ ਹੈ। ਪਰਮਾਤਮਾ ਦੇ ਸਰੂਪ ਨੂੰ ਕੋਈ ਖਤਮ ਨਹੀਂ ਕਰ ਸਕਦਾ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਰੂਪ ਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅਬਿਨਾਸੀ ਹੈ, ਵਿਨਾਸ਼ ਤੋਂ ਰਹਿਤ ਹੈ। ਗੁਰੂ ਕਿਆ ਸਿੱਖਾ ਤੂੰ ਵੀ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜ, ਜੋ ਅਕਾਲ ਪੁਰਖ ਵਾਹਿਗੁਰੂ ਮੌਤ ਤੋਂ ਰਹਿਤ ਹੈ, ਕਾਲ ਤੋਂ ਰਹਿਤ ਹੈ, ਔਰ ਜਿਸ ਪਰਮਾਤਮਾ ਦਾ ਸਰੂਪ ਵੀ ਕਾਲ ਤੋਂ ਰਹਿਤ ਹੈ। ਸੋ ਅੱਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਨੇ, ਅਲਖ ਪੁਰਖ ਅਵਗਤ ਅਵਧੂਤਾ। ਅਲਖ ਤੋਂ ਭਾਵ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਰੂਪ ਲਖਿਆ ਨਹੀਂ ਜਾ ਸਕਦਾ। ਔਰ ਪੁਰਖ ਤੋਂ ਭਾਵ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਕਿ ਸੰਸਾਰ ਦੇ ਵਿੱਚ, ਇਸ ਬ੍ਰਹਮੰਡ ਦੇ ਵਿੱਚ ਕੇਵਲ ਅਤੇ ਕੇਵਲ ਇੱਕੋ ਪੁਰਖ ਮੰਨਿਆ ਹੈ, ਉਹ ਹੈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ। ਇਸ ਜਗਮਹਿ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਬਾਕੀ ਸਭ ਜੀਵ ਰੂਪੀ ਇਸਤਰੀਆਂ ਨੇ, ਜਿਨ੍ਹਾਂ ਇਸਤਰੀਆਂ ਨੇ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਹੈ। ਔਰ ਦੂਸਰਾ ਪੁਰਖ, ਪੁਰ ਤੋਂ ਭਾਵ ਪੁਰੀਆਂ, ਨਗਰ, ਇਲਾਕੇ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਨੇ ਪੁਰੀਆਂ ਸਾਜੀਆਂ, ਨਗਰ ਸਾਜੇ, ਔਰ ਸਾਜ ਕਰਕੇ ਇਹਨਾਂ ਦੇ ਵਿੱਚ ਆਪ ਖਲੋ ਗਿਆ ਹੈ, ਆਪ ਸਮਾ ਗਿਆ ਹੈ, ਆਪ ਰਮਿਆ ਹੈ। ਅੱਗੇ ਸਤਿਗੁਰੂ ਬਚਨ ਕਰਦੇ ਨੇ ਅਵਗਤ। ਅਵਗਤ ਤੋਂ ਭਾਵ ਇੱਕ ਤਾਂ ਇਹ ਕਿ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਦੂਸਰਾ ਭਾਵ ਇਹ ਖਾਲਸਾ ਜੀ ਕਿ ਅਵਗਤ ਤੋਂ ਭਾਵ ਕਿ ਉਹ ਪਰਮਾਤਮਾ ਦੇਹ ਤੋਂ ਰਹਿਤ ਹੈ, ਉਹ ਪਰਮਾਤਮਾ ਦੇਹ ਵਿੱਚ ਨਹੀਂ ਆਉਂਦਾ, ਦੇਹ ਤੋਂ ਮੁਕਤ ਹੈ। ਇਨਸਾਨ ਦੇਹ ਦੇ ਵਿੱਚ ਆਉਂਦਾ ਹੈ। ਸਾਰੇ ਜੀਵ ਜੰਤੂਆਂ ਦੀ ਕੋਈ ਨਾ ਕੋਈ ਦੇਹ ਹੈ, ਪਰ ਪਰਮਾਤਮਾ ਦੀ ਦੇਹ ਨਹੀਂ। ਪਰਮਾਤਮਾ ਸਾਰੀਆਂ ਦੇਹਾਂ ਦੇ ਵਿੱਚ ਵਸਦਾ ਹੈ, ਪਰ ਜੇਕਰ ਕੋਈ ਇਹ ਕਵੇ ਕਿ ਪਰਮਾਤਮਾ ਕੇਵਲ ਇੱਕੋ ਦੇਹ ਦੇ ਵਿੱਚ ਵਸਦਾ ਹੈ, ਅਤੇ ਸਤਿਗੁਰੂ ਕਹਿੰਦੇ ਇਹ ਗੱਲ ਬਿਲਕੁਲ ਝੂਠੀ ਹੈ। ਕਿਉਂਕਿ ਜਿੰਨੀਆਂ ਵੀ ਦੇਹਾਂ ਨਜ਼ਰ ਆ ਰਹੀਆਂ ਨੇ, ਇਹ ਸਾਰੀਆਂ ਹੀ ਪਰਮਾਤਮਾ ਦੀਆਂ ਸਾਜੀਆਂ ਨੇ। ਤਾਂ ਹੀ ਇੱਕ ਕਰਕੇ ਵਿਦਵਾਨ ਨੇ ਕਿਹਾ ਸੀ
ਕਿ ਇਹ ਬੰਦਿਓ, ਇਹ ਸੰਸਾਰ ਦੇ ਇਨਸਾਨੋਂ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹੋ, ਪਰਮਾਤਮਾ ਨਾਲ ਪਿਆਰ ਕਰਨਾ ਚਾਹੁੰਦੇ ਹੋ, ਪਰ ਪਹਿਲਾਂ ਪਰਮਾਤਮਾ ਦੇ ਬਣਾਏ ਹੋਏ ਸਰੀਰਾਂ ਨਾਲ ਪਿਆਰ ਕਰੋ। ਜਦੋਂ ਪਰਮਾਤਮਾ ਦੇ ਬਣਾਏ ਸਰੀਰਾਂ ਨਾਲ ਪਿਆਰ ਹੋ ਗਿਆ ਤੇ ਪਰਮਾਤਮਾ ਨਾਲ ਵੀ ਪਿਆਰ ਜ਼ਰੂਰ ਪੈ ਜਾਵੇਗਾ, ਕਿਉਂਕਿ ਪਰਮਾਤਮਾ ਇਹਨਾਂ ਸਰੀਰਾਂ ਦੇ ਵਿੱਚ ਹੀ ਵਸਦਾ। ਪਰਮਾਤਮਾ ਆਪਣੀ ਬਣਾਈ ਹੋਈ ਰਚਨਾ ਦੇ ਵਿੱਚ ਹੀ ਵਸਦਾ ਹੈ। ਸਤਿਗੁਰੂ ਕਹਿੰਦੇ ਉਹ ਅਲੱਖ ਹੈ, ਉਹ ਪੁਰਖ ਹੈ, ਅਵਗਤ ਹੈ। ਔਰ ਚੌਥਾ ਸਤਿਗੁਰੂ ਨੇ ਸ਼ਬਦ ਵਰਤਿਆ ਅਵਧੂਤਾ। ਅਵਧੂਤਾ ਤੋਂ ਭਾਵ ਖਾਲਸਾ ਜੀ ਨਿਰਵਾਣ ਹੈ। ਨਿਰਵਾਣ ਤੋਂ ਭਾਵ ਤਿਆਗੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਉਸ ਨੂੰ ਮੋਹ ਨਹੀਂ, ਮੋਹ ਦਾ ਪ੍ਰਭਾਵ ਨਹੀਂ ਪਰਮਾਤਮਾ 'ਤੇ, ਲੋਭ ਦਾ ਪ੍ਰਭਾਵ ਨਹੀਂ ਪਰਮਾਤਮਾ ਦੇ। ਪਰਮਾਤਮਾ ਨੂੰ ਕਿਸੇ ਚੀਜ਼ ਦੀ ਪਕੜ ਨਹੀਂ। ਪਰਮਾਤਮਾ ਤਿਆਗੀ ਹੈ, ਪਰਮਾਤਮਾ ਨਿਰਵਾਣ ਹੈ, ਪਰਮਾਤਮਾ ਅਡੋਲ ਹੈ, ਆਪਣੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ। ਅੱਗੇ ਪਾਤਸ਼ਾਹ ਬਚਨ ਕਰਦੇ ਨੇ, ਜਾਤ ਪਾਤ ਜਿਹ ਚਿਹਨ ਨਾ ਬਰਨਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਮੁੜ ਉਹੀ ਬਚਨ ਕਰਦੇ ਕਿ ਪਰਮਾਤਮਾ ਦੀ ਜਾਤ ਪਾਤ ਕੋਈ ਕੱਥ ਨਹੀਂ ਸਕਦਾ, ਨਿਯੁਕਤ ਨਹੀਂ ਕਰ ਸਕਦਾ। ਔਰ ਦੂਸਰਾ ਬਚਨ ਕਰਦੇ ਨੇ, ਜਿਹ ਚਿਹਨ ਨਾ ਬਰਨਾ। ਚਿਹਨ, ਚਿਹਨ ਤੋਂ ਭਾਵ ਖਾਲਸਾ ਜੀ ਨਿਸ਼ਾਨੀਆਂ। ਜਿਵੇਂ ਧਾਰਮਿਕ ਚਿੰਨ੍ਹ ਵੱਖਰੇ ਵੱਖਰੇ ਹੁੰਦੇ ਨੇ, ਹਰ ਇੱਕ ਧਰਮ ਦਾ, ਹਰ ਇੱਕ ਮਜ਼ਹਬ ਦਾ ਆਪੋ ਆਪਣਾ ਵੱਖੋ ਵੱਖਰਾ ਚਿੰਨ੍ਹ ਹੈ। ਪਰ ਅੱਜ ਵੇਖਣ ਦੇ ਵਿੱਚ ਆਉਂਦਾ ਕਿ ਲੋਕ ਧਾਰਮਿਕ ਚਿੰਨ੍ਹਾਂ ਨੂੰ ਲੈ ਕਰਕੇ ਵੀ ਆਪਣੇ ਅੰਦਰ ਈਰਖਾ ਜਗਾ ਲੈਂਦੇ ਨੇ, ਝਗੜਾ ਕਰ ਲੈਂਦੇ ਨੇ। ਮੈਂ ਬੇਨਤੀ ਕਰਾਂ ਵੀ ਕਈਆਂ ਨੂੰ ਤੇ ਇਹ ਡਰ ਪੈ ਜਾਂਦਾ ਕਿ ਕਿਤੇ ਮੰਦਿਰ ਤੋਂ ਬਾਹਰ ਹੀ ਲੰਘ ਜਾਈਏ ਤੇ ਕਿਤੇ ਹਿੰਦੂ ਨਾ ਬਣ ਜਾਈਏ, ਮਸਜਿਦ ਦੇ ਬਾਹਰੋਂ ਹੀ ਲੰਘ ਜਾਈਏ ਤੇ ਕਿਤੇ ਮੁਸਲਮਾਨ ਨਾ ਬਣ ਜਾਈਏ। ਭਾਵ ਹਰ ਇੱਕ ਨੂੰ ਧਾਰਮਿਕ ਚਿੰਨ੍ਹ ਦੇ ਵਿੱਚ, ਆਪੋ ਆਪਣੇ ਧਾਰਮਿਕ ਚਿੰਨ੍ਹ ਦੇ ਵਿੱਚ ਈਰਖਾ ਹੋ ਚੁੱਕੀ ਹੈ। ਸਤਿਗੁਰੂ ਕਹਿੰਦੇ ਪਰਮਾਤਮਾ ਦਾ ਕੋਈ ਵੱਖਰਾ ਚਿੰਨ੍ਹ ਨਹੀਂ ਕਿ ਤੇਰੇ ਵਾਲਾ ਚਿੰਨ੍ਹ ਹੀ ਪਰਮਾਤਮਾ ਦੇ ਉੱਤੇ ਟੁਕੇਗਾ, ਨਹੀਂ, ਬਲਕਿ ਜਿੰਨੇ ਵੀ ਚਿੰਨ੍ਹ, ਜਿੰਨੀਆਂ ਵੀ ਨਿਸ਼ਾਨੀਆਂ ਨਜ਼ਰ ਆ ਰਹੀਆਂ ਨੇ, ਪਰਮਾਤਮਾ ਸਾਰਿਆਂ ਦੇ ਵਿੱਚ ਇੱਕ ਸਮਾਨ ਰਮਿਆ ਹੈ, ਸਾਰਿਆਂ ਦੇ ਵਿੱਚ ਸਮਾਇਆ ਹੈ। ਖਾਲਸਾ ਜੀ ਇਹ ਜੋ ਬਾਣੀ ਹੈ, ਇਹ ਬੰਦੇ ਨੂੰ ਜਿੱਥੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਮਦ੍ਰਿਸ਼ਟੀ ਦੇ ਦਰਸ਼ਨ ਕਰਾਉਂਦੀ ਹੈ, ਉਸ ਪਰਮਾਤਮਾ ਦੇ ਅਰੂਪ ਦੇ ਦਰਸ਼ਨ ਕਰਾਉਂਦੀ ਹੈ, ਉੱਥੇ ਸੱਚੀ ਗੱਲ ਹੈ ਕਿ ਇਹ ਪਰਮਾਤਮਾ ਅੰਦਰੋਂ ਧਰਮ ਦੀ ਈਰਖਾ ਮਕਾਉਂਦੀ ਹੈ। ਇਹ ਬਾਣੀ ਅੰਦਰੋਂ ਧਰਮ ਦੀ ਈਰਖਾ ਮਕਾਉਂਦੀ ਹੈ। ਇਹ ਬਾਣੀ ਅੰਦਰੋਂ ਝਗੜੇ ਮਕਾਉਂਦੀ ਹੈ, ਦਵੈਸ਼ ਦੀ ਭਾਵਨਾ ਮਕਾਉਂਦੀ ਹੈ ਔਰ ਨਿਰਵੈਰ ਬਣਾਉਂਦੀ ਹੈ, ਕਿਉਂਕਿ ਨਿਰਵੈਰ ਹੋਏ ਬਿਨਾਂ ਨਿਰਵੈਰ ਨੂੰ ਨਹੀਂ ਪਾਇਆ ਜਾ ਸਕਦਾ। ਪਰਮਾਤਮਾ ਦੀ ਪ੍ਰਾਪਤੀ ਉਦੋਂ ਹੋਵੇਗੀ ਜਦੋਂ ਵੈਰ ਤੋਂ ਰਹਿਤ ਹੋਵਾਂਗੇ। ਸੋ ਸਤਿਗੁਰੂ ਕਹਿੰਦੇ ਉਸ ਪਰਮਾਤਮਾ ਦਾ ਕੋਈ ਵੱਖਰਾ ਵਰਨ ਨਹੀਂ। ਜਿਵੇਂ 4 ਵਰਨ ਬਣਾਏ ਗਏ, ਖੱਤਰੀ, ਬ੍ਰਾਹਮਣ, ਸੂਦ, ਵੈਸ਼। ਔਰ ਪੁਰਾਤਨ ਸਮੇਂ ਦੇ ਵਿੱਚ ਇਹ ਕਿਹਾ ਜਾਂਦਾ ਸੀ, ਸ਼ੂਦਰਾਂ ਨੂੰ, ਨੀਵੀਂ ਜਾਤ ਵਾਲਿਆਂ ਨੂੰ ਬਹੁਤ ਜ਼ਿਆਦਾ ਨਤਾਰਿਆ ਜਾਂਦਾ ਸੀ, ਨਕਾਰਿਆ ਜਾਂਦਾ ਸੀ, ਅਪਮਾਨ ਕੀਤਾ ਜਾਂਦਾ ਸੀ। ਸਤਿਗੁਰੂ ਕਹਿੰਦੇ ਭਲਿਆ ਕੇਵਲ ਤੇਰੇ ਵਰਨ ਦੇ ਵਿੱਚ ਹੀ ਨਹੀਂ, ਪਰਮਾਤਮਾ ਤੇ ਸਾਰੇ ਵਰਨਾਂ ਦੇ ਵਿੱਚ ਹੀ ਸਮਾਇਆ ਹੈ, ਸਾਰਿਆਂ ਵਰਨਾਂ ਦੇ ਲੋਕਾਂ ਦੇ ਵਿੱਚ ਵਸ ਰਿਹਾ ਹੈ। ਪਰਮਾਤਮਾ ਦਾ ਤੂੰ ਕੋਈ ਇੱਕ ਵਰਨ ਜਾਂ ਇੱਕ ਚਿੰਨ੍ਹ ਜਾਂ ਕੋਈ ਇੱਕ ਜਾਤ ਨਿਯੁਕਤ ਨਹੀਂ ਕਰ ਸਕਦਾ, ਕਿਉਂਕਿ ਪਰਮਾਤਮਾ ਇਹਨਾਂ ਦੇ ਬੰਧਨ ਤੋਂ ਮੁਕਤ ਹੈ। ਪਰਮਾਤਮਾ ਜਾਤ ਪਾਤ ਤੋਂ ਮੁਕਤ ਹੈ। ਪਰਮਾਤਮਾ ਧਾਰਮਿਕ ਚਿੰਨ੍ਹਾਂ ਤੋਂ ਮੁਕਤ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸੰਸਾਰ ਦੇ ਵਰਨਾਂ ਤੋਂ ਮੁਕਤ ਹੈ। ਅੱਗੇ ਸਤਿਗੁਰੂ ਬਚਨ ਕਰਦੇ ਨੇ, ਅਵਗਤ ਦੇਵ ਅਛੈ ਅਨ ਭਰਮਾ। ਸਤਿਗੁਰੂ ਨੇ ਬਚਨ ਕੀਤੇ ਅਵਗਤ। ਅਵਗਤ ਤੋਂ ਭਾਵ ਖਾਲਸਾ ਜੀ ਦੇਹ ਤੋਂ ਰਹਿਤ, ਭਾਵ ਕਿ ਦੇਹ ਤੋਂ ਰਹਿਤ ਹੈ, ਪ੍ਰਕਾਸ਼ ਸਰੂਪ ਹੈ। ਜਿਹੜੇ ਮਹਾਂਪੁਰਖ ਬੰਦਗੀ ਕਰਦੇ ਨੇ, ਸਿਮਰਨ ਕਰਦੇ ਨੇ, ਉਹ ਇਹ ਗੱਲ ਅਕਸਰ ਕਰਿਆ ਕਰਦੇ ਨੇ ਕਿ ਸਿਮਰਨ ਕਰਨ ਲੱਗਿਆਂ, ਭਜਨ ਕਰਨ ਲੱਗਿਆਂ, ਬੰਦਗੀ ਕਰਨ ਲੱਗਿਆਂ ਜਦੋਂ ਧਿਆਨ ਟਿਕਾਉਂਦੇ ਨੇ ਤੇ ਉਹਨਾਂ ਦੀ ਸੁਰਤੀ ਦੇ ਵਿੱਚ ਵੀ ਸਭ ਤੋਂ ਪਹਿਲਾਂ ਪ੍ਰਕਾਸ਼ ਹੁੰਦਾ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ ਹੀ ਪ੍ਰਕਾਸ਼ ਸਰੂਪ। ਤੇ ਉਸ ਪਰਮਾਤਮਾ ਦਾ ਪ੍ਰਕਾਸ਼ ਐਸਾ ਹੈ ਕਿ ਸਦੀਆਂ ਤੋਂ ਪਲਪ ਰਹੇ ਹਨੇਰੇ ਨੂੰ ਦੂਰ ਕਰ ਦਿੰਦਾ। ਜਿਵੇਂ ਸਤਿਗੁਰੂ ਨੇ ਬਚਨ ਕੀਤੇ ਕਿ ਜੇ ਸੋ ਚੰਦਾ ਉਗਵੇ, ਸੂਰਜ ਚੜੇ 1000, ਏਤੇ ਚਾਨਣ ਹੋਦਿਆਂ ਗੁਰਬਿਨ ਕੋਹਰ ਅੰਧਾਰ। ਜਿਸ ਹਨੇਰੇ ਨੂੰ ਹਜ਼ਾਰਾਂ ਚੰਦਰਮਾ ਦੂਰ ਨਹੀਂ ਕਰ ਸਕੇ, ਜਿਸ ਹਨੇਰੇ ਨੂੰ 100 ਸੂਰਜ ਦੂਰ ਨਹੀਂ ਕਰ ਸਕੇ, ਗੁਰੂ ਕਹਿ ਸਿੱਖਾ ਇਹ ਵਾਹਿਗੁਰੂ ਗੁਰੂ ਮੰਤਰ ਦਾ ਪ੍ਰਕਾਸ਼ ਐਸਾ ਹੈ, ਮੂਲ ਮੰਤਰ ਦਾ ਪ੍ਰਕਾਸ਼ ਐਸਾ ਹੈ ਕਿ ਸਦੀਆਂ ਤੋਂ ਪਲਪ ਰਹੇ ਹਨੇਰੇ ਨੂੰ ਇੱਕ ਛਿਣ ਦੇ ਵਿੱਚ ਦੂਰ ਕਰ ਦਿੰਦਾ, ਇੱਕ ਖਿਣ ਦੇ ਵਿੱਚ ਦੂਰ ਕਰ ਦਿੰਦਾ। ਸੋ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਗੀਤ ਗਾ ਜੋ ਦੇਹ ਤੋਂ ਰਹਿਤ ਹੈ, ਪ੍ਰਕਾਸ਼ ਸਰੂਪ ਹੈ। ਔਰ ਅਛੈ ਤੋਂ ਭਾਵ ਖਾਲਸਾ ਜੀ ਨਾਸ ਤੋਂ ਰਹਿਤ ਹੈ।
परमात्मा ਨੂੰ ਕੋਈ ਛੇਦ ਨਹੀਂ ਸਕਦਾ, परमात्मा ਦਾ ਕੋਈ ਨਾਸ ਨਹੀਂ ਕਰ ਸਕਦਾ। ਅਨਭਰਮਾ ਤੋਂ ਭਾਵ ਕਿ ਭਰਮ ਤੋਂ ਰਹਿਤ ਹੈ, ਕਿਉਂਕਿ ਭਰਮ ਉਹਨੂੰ ਹੀ ਹੁੰਦਾ ਕਿਸੇ ਚੀਜ਼ ਬਾਰੇ ਜਿਹਨੂੰ ਕਿਸੇ ਗੱਲ ਦਾ ਗਿਆਨ ਨਾ ਹੋਵੇ। ਪਰ ਪਰਮਾਤਮਾ ਉਤੇ ਸਰਬ ਕਲਾ ਕਾ ਗਿਆਤਾ ਹੈ। ਪਰਮਾਤਮਾ ਤੇ ਬ੍ਰਹਮ ਦਾ ਗਿਆਨ ਰੱਖਣ ਵਾਲਾ ਹੈ ਔਰ ਬ੍ਰਹਮ ਗਿਆਨ ਦੀ ਦਾਤਾਂ ਵੰਡਣ ਵਾਲਾ ਹੈ। ਸੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿੱਥੇ ਨਾਸ ਤੋਂ ਰਹਿਤ ਹੈ, ਉੱਥੇ ਹੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਭਰਮ ਤੋਂ ਰਹਿਤ ਹੈ। ਉਸ ਨੂੰ ਕਿਸੇ ਤਰ੍ਹਾਂ ਦਾ ਵੀ ਭਰਮ ਨਹੀਂ। ਬੰਦੇ ਨੂੰ ਭਰਮ ਹੋ ਸਕਦਾ ਪਰਮਾਤਮਾ ਹੈ ਕਿ ਨਹੀਂ, ਬੰਦੇ ਨੂੰ ਭਰਮ ਹੋ ਸਕਦਾ ਪਰ ਪਰਮਾਤਮਾ ਨੂੰ ਕਿਸੇ ਤਰ੍ਹਾਂ ਦਾ ਭਰਮ ਨਹੀਂ। ਕਿਉਂ? ਉਸ ਨੂੰ ਭਰਮ ਕਿਉਂ ਨਹੀਂ? ਉਹ ਪਰਮਾਤਮਾ ਦੇਹ ਤੋਂ ਰਹਿਤ ਕਿਉਂ ਹੈ? ਪਰਮਾਤਮਾ ਨਾਸ ਤੋਂ ਰਹਿਤ ਕਿਉਂ ਹੈ? ਪਰਮਾਤਮਾ ਪ੍ਰਕਾਸ਼ ਸਰੂਪ ਕਿਉਂ ਹੈ? ਅੱਗੇ ਸਤਿਗੁਰੂ ਬਚਨ ਕਰਦੇ ਨੇ, ਸਭ ਕੋ ਕਾਲ ਸਭਨ ਕੋ ਕਰਤਾ। ਕਹਿੰਦੇ ਕਿਉਂਕਿ ਸਤਿਗੁਰੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੀ ਸਾਰਿਆਂ ਨੂੰ ਬਣਾਉਣ ਵਾਲਾ ਹੈ, ਸਾਰਿਆਂ ਨੂੰ ਸਾਜਣ ਵਾਲਾ ਹੈ ਔਰ ਸਾਜ ਕੇ ਫਿਰ ਸਾਰਿਆਂ ਦਾ ਨਾਸ਼ ਕਰਨ ਵਾਲਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਹੈ ਜਿਹਨੇ ਸਾਰਿਆਂ ਨੂੰ ਸਾਜਿਆ। ਸਭ ਕੋ ਕਾਲ ਸਭਨ ਕੋ ਕਰਤਾ, ਸਾਰਿਆਂ ਦਾ ਕਰਤਾ ਹੈ ਔਰ ਫਿਰ ਸਾਰਿਆਂ ਦਾ ਕਾਲ ਵੀ ਹੈ। ਭਾਵ ਸਾਰਿਆਂ ਨੂੰ ਸਾਜ ਕੇ ਸਮੇਟਦਾ ਵੀ ਉਹ ਆਪ ਹੈ। ਆਪੇ ਸਾਜੇ ਕਰੇ ਆਪ, ਜਾਈ ਭਿਰਖ ਹੈ ਆਪ। ਉਹ ਪਰਮਾਤਮਾ ਹੀ ਹੈ ਜਿਹੜਾ ਸਾਜਦਾ ਹੈ ਔਰ ਫਿਰ ਸੰਸਾਰ ਦੇ ਵਿੱਚ ਜੀਵਾਂ ਨੂੰ ਰੱਖਦਾ ਹੈ। ਜਿਸ ਰਾਖੈ ਤਿਸ ਕੋਏ ਨਾ ਮਾਰੈ, ਸੋ ਮੂਆ ਜਿਸ ਮਨੋਂ ਵਸਾਰੈ। ਜਿਵੇਂ ਸੁਖਮਨੀ ਸਾਹਿਬ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਹੋਰ ਵੀ ਪਾਤਸ਼ਾਹ ਨੇ ਬਚਨ ਕੀਤੇ ਕਿ ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ। ਖਿਨਮੈ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਤੇ ਕਰਨਹਾਰ ਹੈ। ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਹੈ ਜਿਹਨੇ ਇਹ ਸਾਰੀ ਸਾਜਨਾ ਕੀਤੀ ਹੈ। ਖਿਨਮੈ ਥਾਪ ਉਥਾਪਨ ਹਾਰਾ, ਇੱਕ ਖਿਣ ਦੇ ਵਿੱਚ ਸਾਜਨਾ ਕਰ ਦਿੰਦਾ ਅਤੇ ਇੱਕ ਖਿਣ ਦੇ ਵਿੱਚ ਉਹ ਸਮੇਟ ਵੀ ਦਿੰਦਾ ਹੈ। ਅੰਤ ਨਹੀਂ ਕਿਛ ਪਾਰਾ ਵਾਰਾ, ਪਰਮਾਤਮਾ ਦਾ ਪਰ ਅੰਤ ਨਹੀਂ ਪਾਇਆ ਜਾਂਦਾ। ਅਤੇ ਖਾਲਸਾ ਜੀ ਇਹ ਪੰਕਤੀਆਂ ਜਿੱਥੇ ਇਹ ਦੱਸਦੀਆਂ ਕਿ ਸਭ ਕੋ ਕਾਲ ਸਭਨ ਕੋ ਕਰਤਾ, ਕਿ ਪਰਮਾਤਮਾ ਹੀ ਕਰਨਹਾਰ ਹੈ, ਪਰਮਾਤਮਾ ਹੀ ਸਾਰਿਆਂ ਨੂੰ ਸਾਜਣ ਵਾਲਾ ਹੈ, ਸਮੇਟਣ ਵਾਲਾ ਹੈ। ਜਿੱਥੇ ਪੰਕਤੀ ਪਰਮਾਤਮਾ ਦੀ ਵਡਿਆਈ ਦੱਸਦੀ ਹੈ, ਉੱਥੇ ਇਹ ਵੀ ਦੱਸਦੀ ਹੈ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲਮਹਿ ਜੰਤ ਉਪਾਇਨ ਤਿਨਾ ਪੇ ਰੋਜੀ ਦੇ। ਚਿੰਤਾ ਨਾ ਕਰ। ਬੰਦੇ ਨੂੰ ਵੀ ਅੱਜ ਕਈ ਵਾਰ ਚਿੰਤਾ ਹੋ ਜਾਂਦੀ ਹੈ, ਕੋਈ ਕੰਮ ਰਾਸ ਨਾ ਆਵੇ, ਕੋਈ ਕਾਰਜ ਨਾ ਬਣੇ, ਚਿੰਤਾ ਹੋ ਜਾਂਦੀ ਹੈ, ਮਨ ਦੇ ਵਿੱਚ ਪਰੇਸ਼ਾਨੀ ਆ ਜਾਂਦੀ ਹੈ। ਪਰ ਸਤਿਗੁਰੂ ਕਹਿੰਦੇ ਤੂੰ ਮਨ ਵਿੱਚ ਪਰੇਸ਼ਾਨੀ ਨਾ ਲਿਆ, ਚਿੰਤਾ ਨਾ ਲਿਆ, ਕਿਉਂਕਿ ਹਰ ਇੱਕ ਕਾਰਜ ਦਾ ਕਰਨਹਾਰ ਪਰਮਾਤਮਾ ਹੈ। ਜਦੋਂ ਵੀ ਕੋਈ ਕਾਰਜ ਰਾਸ ਨਾ ਆਵੇ ਤੇ ਦੋਏ ਕਰ ਜੋੜ ਕਰੋ ਅਰਦਾਸ, ਜਾਤ ਇਸ ਭਾਣੇ ਤਾਂ ਆਵੇ ਰਾਸ। ਜੇ ਪਰਮਾਤਮਾ ਦਾ ਭਾਣਾ ਹੋਵੇਗਾ ਤੇ ਰਾਸ ਵੀ ਆ ਜਾਵੇਗਾ। ਇਸੇ ਕਰਕੇ ਅੱਜ ਜਦੋਂ ਵੀ ਬਾਰ-ਬਾਰ ਸੰਗਤ ਵਿੱਚੋਂ ਇਹ ਵਿਚਾਰ ਆਉਂਦੀ ਹੈ, ਇਹ ਸਵਾਲ ਆਉਂਦੇ ਨੇ ਕਿ ਕੰਮ ਨਹੀਂ ਬਣਦੇ, ਕਾਰਜ ਰਾਸ ਨਹੀਂ ਹੁੰਦੇ, ਕੀ ਕਰੀਏ? ਤੇ ਖਾਲਸਾ ਜੀ ਉਹੀ ਕਰੀਏ ਜੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਭਾਈ ਗੁਰੂ ਕਿਆ ਸਿੱਖਾ, ਜਦੋਂ ਕਾਰਜ ਰਾਸ ਨਾ ਆਉਣ ਫਿਰ ਪਰਮਾਤਮਾ ਦਾ ਨਾਮ ਜਪਿਆ ਕਰ। ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰ। ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੇ ਅੱਗੇ ਨਾਨਕਾ ਖਲਈ ਕੀਚੈ ਅਰਦਾਸ। ਉਸ ਪਰਮਾਤਮਾ ਦੇ ਸਨਮੁਖ ਖੜ ਕੇ ਅਰਦਾਸ ਕਰਿਆ ਕਰ। ਉਸ ਪਰਮਾਤਮਾ ਦੇ ਚਰਨਾਂ ਨੂੰ ਗਲਵਕੜੀ ਪਾਇਆ ਕਰ। ਡੰਡੌਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਕੇ ਕਿਹਾ ਕਰ ਕਿ ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿਸੂਖ ਕਨੇਰੇ। ਪਰਮਾਤਮਾ ਵਾਹਿਗੁਰੂ ਤੇਰੀ ਕਿਰਪਾ ਦੇ ਵਿੱਚ ਹੀ ਸੁੱਖ ਨੇ, ਤੇਰੀ ਕਿਰਪਾ ਤੋਂ ਬਾਹਰ ਤੇ ਕੁਝ ਵੀ ਨਹੀਂ। ਸੋ ਪਰਮਾਤਮਾ ਅੱਗੇ ਅਰਦਾਸ ਕਰ ਜਿਹੜਾ ਸਾਰਿਆਂ ਦਾ ਕਰਤਾ ਹੈ ਔਰ ਸਾਰਿਆਂ ਨੂੰ ਸਮੇਟਣ ਵਾਲਾ ਹੈ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਰੋਗ ਸੋਗ ਦੋਖਨ ਕੋ ਹਰਤਾ। ਸਤਿਗੁਰੂ ਕਹਿੰਦੇ ਪਰਮਾਤਮਾ ਦੇ ਨਾਮ ਦਾ ਸੁਭਾਵ ਹੈ ਕਿ ਜਿਹੜਾ ਉਸ ਪਰਮਾਤਮਾ ਨੂੰ ਜਪਦਾ, ਬੰਦਗੀ ਕਰਦਾ, ਉਹ ਰੋਗ ਮੁਕਤ ਹੋ ਜਾਂਦਾ, ਉਹ ਸੋਗ ਮੁਕਤ ਹੋ ਜਾਂਦਾ। ਰੋਗ ਖਾਲਸਾ ਜੀ ਸਰੀਰਕ ਰੋਗ, ਸੋਗ ਜਿਹੜੇ ਮਾਨਸਿਕ ਸੋਗ। ਭਾਵ ਬੰਦਾ ਕਈ ਵਾਰ ਸਰੀਰ ਕਰਕੇ ਵੀ ਦੁਖੀ ਹੁੰਦਾ, ਸਰੀਰ ਕਰਕੇ ਤਕਲੀਫ ਦੇ ਵਿੱਚ ਹੁੰਦਾ, ਪੀੜਾ ਵਿੱਚ ਹੁੰਦਾ, ਪਰ ਕਈ ਵਾਰ ਅਸੀਂ ਆਤਮਾ ਕਰਕੇ ਪੀੜਾ ਵਿੱਚ ਹੁੰਦੇ ਹਾਂ, ਮਨ ਕਰਕੇ ਪੀੜਾ ਵਿੱਚ ਹੁੰਦੇ ਹਾਂ। ਕਈ ਵਾਰ ਦੇਖਦੇ ਹਨ ਸੁਭਾਵਿਕ ਹੀ ਮਨ ਬੇਚੈਨ ਹੋ ਜਾਂਦਾ ਹੈ,
ਇੱਕਦਮ ਉਦਾਸੀ ਛਾ ਜਾਂਦੀ ਹੈ। ਕਿਸੇ ਨਾਲ ਗੱਲ ਕਰਨ ਨੂੰ ਚਿੱਤ ਨਹੀਂ ਕਰਦਾ, ਕੋਈ ਕੰਮ ਕਰਨ ਨੂੰ ਚਿੱਤ ਨਹੀਂ ਕਰਦਾ। ਇਹ ਸੋਗ ਅੰਦਰ ਬਣ ਜਾਂਦਾ ਹੈ, ਅੰਦਰ ਚਿੰਤਾ ਆ ਜਾਂਦੀ ਹੈ, ਮਨ ਉਦਾਸੀ ਵਿੱਚ ਚਲਿਆ ਜਾਂਦਾ ਹੈ। ਅਤੇ ਇੱਕ ਮਹਾਂਪੁਰਖ ਨੇ ਕਿਹਾ ਕਿ ਜਦੋਂ ਤੇਰਾ ਮਨ ਉਦਾਸੀ ਦੇ ਵਿੱਚ ਚਲਿਆ ਜਾਵੇ, ਫਿਰ ਇਹ ਇਸ ਗੱਲ ਦੀ ਨਿਸ਼ਾਨੀ ਹੈ ਕਿ ਤੇਰੀ ਰੂਹ ਇਸ ਵਕਤ ਬੰਦਗੀ ਦਾ ਪਿਆਲਾ ਮੰਗ ਰਹੀ ਹੈ। ਜਦੋਂ ਤੇਰਾ ਮਨ ਉਦਾਸੀ ਵਿੱਚ ਜਾਵੇ, ਤੇਰਾ ਮਨ ਬੇਚੈਨ ਹੋ ਜਾਵੇ, ਤੇ ਫਿਰ ਉਸ ਵਕਤ ਤੇਰੀ ਰੂਹ, ਤੇਰਾ ਮਨ ਇਹ ਬੰਦਗੀ ਦਾ ਪਿਆਲਾ ਮੰਗਦਾ। ਉਸ ਵਕਤ ਬੰਦਗੀ ਕਰਿਆ ਕਰ, ਸਿਮਰਨ ਕਰਿਆ ਕਰ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰਿਆ ਕਰ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਉਹ ਰੋਗਾਂ ਦਾ ਨਾਸ਼ ਕਰਨ ਵਾਲਾ ਹੈ, ਚਿੰਤਾ ਪਰੇਸ਼ਾਨੀਆਂ ਦਾ ਰਾਸ ਕਰਨ ਵਾਲਾ ਹੈ, ਔਰ ਦੁੱਖਾਂ ਦਾ ਖਾਤਮਾ ਕਰਨ ਵਾਲਾ ਹੈ। ਜਿਵੇਂ ਸਤਿਗੁਰੂ ਦੇ ਬਚਨ ਨੇ ਕਿ ਦੁੱਖ ਹਰਤਾ ਹਰ ਨਾਮ ਪਛਾਨੋ, ਦੁੱਖਾਂ ਨੂੰ ਹਰਨ ਵਾਲਾ ਕੇਵਲ ਤੇ ਕੇਵਲ ਹਰੀ ਦਾ ਨਾਮ ਹੈ। ਜਿਵੇਂ ਚੌਪਈ ਸਾਹਿਬ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ ਕਿ ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਮਨ ਬਾਂਚਤ ਫਲ ਪਾਵੈ ਸੋਈ, ਦੁੱਖ ਨਾ ਤਿਸੈ ਵਿਆਪਤ ਕੋਈ। ਕਿ ਮਨੇ ਇੱਛਾ ਮੁਰਾਦਾਂ ਪੂਰੀਆਂ ਹੁੰਦੀਆਂ ਨੇ, ਦੁੱਖ ਦਰਦ ਦੂਰ ਹੋ ਜਾਂਦੇ ਨੇ, ਪਰ ਕਦੋਂ? ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਰਸਨਾ 'ਤੇ ਟਿਕ ਜਾਂਦਾ। ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਯਾਦ ਚਿੱਤ ਦੇ ਵਿੱਚ ਵਸ ਜਾਂਦੀ ਹੈ, ਹਿਰਦੇ ਦੇ ਵਿੱਚ ਵਸ ਜਾਂਦੀ ਹੈ। ਸਤਿਗੁਰੂ ਕਹਿੰਦੇ ਦੁੱਖ ਹਰਤਾ ਹਰ ਨਾਮ ਪਛਾਨੋ। ਪਰਮਾਤਮਾ ਦੇ ਨਾਮ ਦੀ ਵਡਿਆਈ ਹੈ, ਜਿੰਨੇ ਵੀ ਉਹਨੂੰ ਜਪਿਆ ਉਹਦੇ ਦੁੱਖ ਦੂਰ ਹੋ ਗਏ, ਉਹਦੇ ਸੋਗ ਦੂਰ ਹੋ ਗਏ, ਉਸ ਬੰਦੇ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਦੂਰ ਹੋ ਗਈਆਂ। ਕਿਉਂ? ਕਿਉਂਕਿ ਉਹਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਆ ਕੇ ਵਸ ਗਿਆ। ਪਰ ਅੱਜ ਬੰਦਾ ਆਪਣੇ ਚਿੰਤਾ ਤੋਂ ਮੁਕਤ ਹੋਣਾ ਚਾਹੁੰਦਾ, ਦੁੱਖਾਂ ਤੋਂ ਮੁਕਤ ਹੋਣਾ ਚਾਹੁੰਦਾ ਹੈ, ਪਰ ਸਤਿਗੁਰੂ ਕਹਿੰਦੇ ਦੁੱਖ ਤੋਂ ਮੁਕਤ ਸਾਰੇ ਹੋਣਾ ਚਾਹੁੰਦੇ ਨੇ, ਪਰ ਦੁੱਖ ਤੋਂ ਮੁਕਤ ਕੋਈ ਵੀ ਨਹੀਂ ਹੋ ਰਿਹਾ। ਕਿਉਂ? ਕਿਉਂਕਿ ਸੁੱਖਾਂ ਦੇ ਦਾਤੇ ਪਰਮਾਤਮਾ ਨੂੰ ਨਹੀਂ ਚੇਤੇ ਕੀਤਾ, ਸੁੱਖਾਂ ਦੇ ਦਾਤੇ ਦਾ ਸਿਮਰਨ ਨਹੀਂ ਕੀਤਾ। ਸੋ ਸਿਮਰਨ ਕਰਾਂਗੇ ਤੇ ਸਤਿਗੁਰੂ ਕਹਿੰਦੇ ਏਕ ਚਿੱਤ ਜੇ ਇੱਕ ਛਿਨ ਧਿਆਇਓ। ਕਹਿੰਦੇ ਜਿਨੇ ਇੱਕ ਛਿਨ ਭਾਵ ਕਿ ਇੱਕ ਖਿਣ ਵੀ ਉਸ ਪਰਮਾਤਮਾ ਨੂੰ ਇਕਾਗਰ ਚਿੱਤ ਹੋ ਕੇ ਧਿਆਇਆ, ਕਹਿੰਦੇ ਨੇ ਧਿਆਏ ਭਗਤੇ ਸੁਖ ਪਾਇਆ। ਜਿਨੇ ਵੀ ਉਹਨੂੰ ਧਿਆਇਆ, ਭਗਤ ਬਣ ਕੇ ਉਹਦੀ ਝੋਲੀ ਦੇ ਵਿੱਚ ਸੁੱਖ ਦੀ ਦਾਤ ਜ਼ਰੂਰ ਪੈ ਗਈ। ਜਿਨੇ ਇਹ ਗੱਲ ਕਹਿ ਦਿੱਤੀ ਕਿ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕਿਛ ਮੈਨੋ ਸੌਂਪਿਆ ਜਾ ਤੇਰਾ ਬੰਦਾ। ਲਖਮੀ ਤੋਟ ਨ ਆਵਈ ਖਾਏ ਖਰਚ ਰਹੰਦਾ, ਲੱਖ 84 ਮੇਦਨੀ ਸਭ ਸੇਵ ਕਰੰਦਾ। ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗਹਿ ਮੰਦਾ, ਲੇਖਾ ਕੋਇ ਨ ਪੁੱਛਈ ਜਾ ਹਰ ਬਖਸ਼ੰਦਾ। ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ, ਸਭੇ ਕਾਜ ਸਵਾਰਿਆ ਜਾ ਤੁਧ ਪਾਵੰਦਾ। ਜਿਨੇ ਪਰਮਾਤਮਾ ਨੂੰ ਚੇਤੇ ਕੀਤਾ, ਕਹਿੰਦੇ ਏਕ ਚਿੱਤ ਜੇ ਏਕ ਛਿਣ ਧਿਆਇਓ। ਜਿਨੇ ਇੱਕ ਖਿਣ ਵੀ ਜਪਿਆ ਉਹ ਚਿੰਤਾਵਾਂ ਤੋਂ ਮੁਕਤ ਹੋ ਗਿਆ। ਕਿਉਂਕਿ ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ, ਰਹਾਉ ਨਾਨਕ ਪ੍ਰਭ ਅਬਿਨਾਸੀ। ਕਿਉਂਕਿ ਪਰਮਾਤਮਾ ਅਬਿਨਾਸੀ ਹੈ, ਨਾਸ ਤੋਂ ਰਹਿਤ ਹੈ। ਨਾਨਕ ਪ੍ਰਭ ਅਬਿਨਾਸੀ, ਤਾਕੀ ਸੇਵ ਨਾ ਬਿਰਥੀ ਜਾਸੀ। ਪਰਮਾਤਮਾ ਦੀ ਕੀਤੀ ਹੋਈ ਸੇਵਾ ਕਦੇ ਵਿਅਰਥ ਨਹੀਂ ਜਾਂਦੀ। ਤਾਕੀ ਸੇਵ ਨਾ ਬਿਰਥੀ ਜਾਸੀ, ਆਨੰਦ ਕਰੇ ਤੇਰੇ ਦਾਸਾ। ਸਤਿਗੁਰੂ ਕਹਿੰਦੇ ਤੇਰੇ ਦਾਸ, ਤੇਰੇ ਭਗਤ, ਤੇਰੇ ਪਿਆਰੇ ਸਦਾ ਖੇੜੇ ਵਿੱਚ ਰਹਿੰਦੇ ਆ, ਤੇਰੇ ਪਿਆਰੇ ਸਦਾ ਖੁਸ਼ੀ ਵਿੱਚ ਰਹਿੰਦੇ ਆ, ਚੜ੍ਹਦੀ ਕਲਾ ਵਿੱਚ ਰਹਿੰਦੇ ਆ। ਕਿਉਂ? ਕਿਉਂਕਿ ਆਨੰਦ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਉਹਨਾਂ ਨੇ ਤੈਨੂੰ ਜਪਿਆ, ਤੈਨੂੰ ਚੇਤੇ ਕੀਤਾ, ਤੇ ਜਿਨ੍ਹਾਂ ਨੇ ਤੈਨੂੰ ਚੇਤੇ ਕੀਤਾ ਉਹਨਾਂ ਦੇ ਮਨ ਦੀ ਆਸ ਪੁੱਗ ਗਈ, ਉਹਨਾਂ ਦੇ ਮਨ ਦੀ ਆਸ ਪੂਰੀ ਹੋ ਗਈ। ਸਤਿਗੁਰੂ ਦੇ ਬਚਨ ਨੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਕਿ ਜਿੰਨੇ ਵੀ ਨਾਮ ਨੂੰ ਧਿਆਇਆ, ਜਿੰਨੇ ਵੀ ਨਾਮ ਨੂੰ ਚੇਤੇ ਕੀਤਾ, ਖਾਲਸਾ ਜੀ ਉਹਦੇ ਕਾਰਜ ਰਾਸ ਹੋ ਗਏ। ਪਰਮਾਤਮਾ ਨੇ ਉਹਦੀ ਬਾਂਹ ਫੜ ਲਈ। ਜਿਵੇਂ ਸਤਿਗੁਰੂ ਦੇ ਬਚਨ ਆਪਾਂ ਪੜ੍ਹਦੇ ਹਾਂ ਗੁਰੂ ਕੀ ਬਾਣੀ ਦੇ ਵਿੱਚ ਕਿ ਨਾਮ ਨੂੰ ਧਿਆ, ਏਕ ਚਿੱਤ ਜੇ ਇੱਕ ਛਿਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਸਤਿਗੁਰੂ ਕਹਿੰਦੇ ਜਿਨੇ ਇੱਕ ਖਿਣ ਵੀ ਜਪਿਆ ਉਹ ਕਾਲ ਦੀ ਫਾਹੀ ਦੇ ਵਿੱਚ ਮੁੜ ਨਾ ਆਇਆ। ਕੌਣ ਕੋ ਕਲੰਕ ਕਰਿਓ ਰਾਮ ਨਾਮ ਲੇਤ ਹੀ, ਪਤਿਤ ਪਵਿੱਤ ਭਏ ਰਾਮ ਕਹਿਤ ਹੀ ਮਨ ਰੇ। ਪ੍ਰਭ ਕੀ ਸਰਨ ਵਿਚਾਰੋ, ਜੇ ਸਿਮਰਤ ਗਨਕਾਸੀ ਉਦਰੀ ਤਾਕੋ ਜਾ ਸੁਰ ਧਾਰੋ। ਸਤਿਗੁਰੂ ਕਹਿੰਦੇ ਦੱਸੋ ਇਤਿਹਾਸ ਵਾਚ ਕੇ ਸੰਸਾਰ ਦਾ ਕਿ ਜਿੰਨੇ ਵੀ ਪਰਮਾਤਮਾ ਦਾ ਨਾਮ ਜਪਿਆ ਕਿਹੜਾ ਕਲੰਕ ਦੇ ਵਿੱਚ ਰਿਹਾ,
ਕੋਈ ਵੀ ਕਲੰਕਤ ਬੰਦਾ ਹੋਵੇ ਜਿਨੇ ਨਾਮ ਜਪਿਆ ਹੋਵੇ ਤੇ ਉਹਦੇ ਕਲੰਕ ਨਾ ਧੁੱਪ ਕੇ ਹੋਣ। ਨਹੀਂ, ਭਾਵੇਂ ਤੇਰੇ ਮਨ ਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਹੈ, ਭਰੀ ਹੈ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੇ। ਭਾਵੇਂ ਤੇਰੇ ਅੰਦਰ ਮਤ ਜਿਹੜੀ ਪਾਪਾਂ ਵਾਲੀ ਹੋ ਚੁੱਕੀ ਹੈ, ਪਰ ਨਾਮ ਦੇ ਰੰਗ ਦੇ ਨਾਲ ਇਹ ਜ਼ਰੂਰ ਧੁੱਪ ਜਾਵੇਗੀ। ਪਤਿਤ ਪਵਿੱਤ ਭਏ ਰਾਮ ਕਹਿਤੀ। ਤਾਂ ਹੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਇਹ ਸਿੱਖਾਂ ਨੂੰ ਉਪਦੇਸ਼ ਦਿੱਤਾ ਕਿ ਐ ਗੁਰੂ ਕਿਆ ਸਿੱਖਾ, ਮਨ ਆਪਣੇ ਮਨ ਨੂੰ ਸਮਝਾ, ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਜੇ ਸੰਸਾਰ ਦੇ ਆਸ, ਸੰਸਾਰ ਦੇ ਬੂਹੇ ਬੰਦ ਹੋ ਜਾਣ ਤੇ ਪਰਮਾਤਮਾ ਦੇ ਚਰਨਾਂ ਨੂੰ ਗਲਵਕੜੀ ਪਾ। ਜਿਹ ਸਿਮਰਤ ਗਣਕਾ ਸੀ ਉਦਰੀ, ਤਾ ਕੋ ਜਸ ਉਰਤਾਰੋ। ਗਣਕਾ ਦਾ ਉਦਾਹਰਣ ਦਿੱਤਾ, ਜਿਨੇ ਸਾਰਾ ਜੀਵਨ ਆਪਣਾ ਵਿਸ਼ੇ ਵਕਾਰ ਭੋਗਦੇ ਹੋਏ ਜੀਵਨ ਵਿਅਰਥ ਕਰ ਲਿਆ, ਜੀਵਨ ਨੂੰ ਨਰਕ ਬਣਾ ਲਿਆ। ਪਰ ਜਦੋਂ ਇੱਕ ਮਹਾਤਮਾ ਨੇ, ਇੱਕ ਮਹਾਂਪੁਰਖ ਨੇ ਨਾਮ ਜਪਣ ਦੀ ਜਾਗ ਲਾਈ ਤੇ ਖਾਲਸਾ ਜੀ ਉਹਦਾ ਜੀਵਨ ਫਿਰ ਸਵਰਗ ਬਣ ਗਿਆ। ਉਹਦੇ ਪਾਪ ਧੁੱਪ ਗਏ, ਉਹਦੇ ਕੀਤੇ ਹੋਏ ਮਾੜੇ ਕਰਮ, ਉਹ ਮੈਲ ਲੱਥ ਗਈ। ਪਰ ਕਦੋਂ? ਜਦੋਂ ਧਿਆਇਆ, ਜਦੋਂ ਜਪਿਆ, ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕੀਤੀ। ਜੇ ਭਗਤ ਧਰੂ ਨੇ ਜਪਿਆ, ਭਗਤ ਪ੍ਰਹਿਲਾਦ ਨੇ ਜਪਿਆ ਤੇ ਉਹਨਾਂ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੋਈ। ਅਟਲ ਭਇਓ ਧਰੂ ਜਾ ਕੈ ਸਿਮਰਨ, ਅਰ ਨਿਰਭੈ ਪਦ ਪਾਇਆ। ਦੁੱਖ ਹਰਤਾ ਇਹ ਬਿਦ ਕੋ ਸੁਆਮੀ, ਤੈ ਕਾਹੇ ਬਿਸਰਾਇਆ। ਸਤਿਗੁਰੂ ਕਹਿੰਦੇ ਜੇ ਧਰੂ ਨੇ ਉਸ ਅਟਲ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ ਤੇ ਉਹ ਵੀ ਨਿਰਭੈ ਹੋ ਗਿਆ। ਭਾਵ ਕਿ ਮੌਤ ਵੀ ਉਹਨੂੰ ਡਰਾ ਨਾ ਸਕੀ, ਮੌਤ ਦਾ ਉਹਦੇ ਉੱਤੇ ਅਸਰ ਨਾ ਹੋਇਆ। ਉਹਨੇ ਪ੍ਰਮਾਤਮਾ ਦਾ ਲੜ ਨਾ ਛੱਡਿਆ, ਉਹਦੇ ਉੱਤੇ ਲਾਲਚ ਦਾ ਅਸਰ ਨਾ ਹੋਇਆ, ਉਹਦੇ ਉੱਤੇ ਮੋਹ ਦਾ ਅਸਰ ਨਾ ਹੋਇਆ। ਤੇ ਇਸ ਕਰਕੇ ਬੰਦਿਆ, ਤੂੰ ਵੀ ਉਸ ਪਰਮਾਤਮਾ ਨੂੰ ਧਿਆ ਜਿਹੜਾ ਦੁੱਖ ਹਰਤਾ ਇਹ ਬਿਦ ਕੋ ਸੁਆਮੀ, ਜਿਹੜਾ ਦੁੱਖਾਂ ਦਾ ਖਾਤਮਾ ਕਰਦਾ, ਜਿਹੜਾ ਚਿੰਤਾ ਦਾ ਨਾਸ਼ ਕਰਦਾ, ਉਸ ਪਰਮਾਤਮਾ ਨੂੰ ਧਿਆ। ਤੂੰ ਕਿਉਂ ਉਹਨੂੰ ਵਿਸਾਰ ਦਿੱਤਾ? ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹਿ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾਮਨ, ਤੈ ਭੀ ਉਤਰੇ ਪਾਰਾ। ਸਤਿਗੁਰੂ ਨੇ ਗਣਕਾ ਦਾ ਉਦਾਹਰਣ ਦਿੱਤਾ, ਭਗਤ ਧਰੂ ਦਾ ਉਦਾਹਰਣ ਦਿੱਤਾ, ਅਜਾਮਲ ਪਾਪੀ ਦਾ ਉਦਾਹਰਣ ਦਿੱਤਾ ਕਿ ਅਜਾਮਲ ਪਾਪੀ ਨੂੰ ਸਾਰਾ ਜੱਗ ਜਾਣਦਾ, ਜਿਹਨੇ ਸਾਰੀ ਉਮਰ ਪਾਪ ਕਮਾਏ, ਪਰ ਜੇ ਉਹਨੂੰ ਵੀ ਮਹਾਂਪੁਰਖ ਨੇ ਜਪਣ ਦੀ ਜਾਗ ਲਾ ਦਿੱਤੀ ਤੇ ਉਹ ਵੀ ਭਵਸਾਗਰ ਨੂੰ ਪਾਰ ਕਰ ਗਿਆ। ਵੇਖੋ, ਅੱਜ ਨਾਮ ਜਪਣ ਦਾ ਖੰਡਨ ਕੀਤਾ ਜਾ ਰਿਹਾ ਹੈ। ਨਾਮ ਜਪਣ ਦਾ ਲਾਭ ਕੋਈ ਨਹੀਂ, ਨਿਤਨੇਮ ਕਰਨ ਦਾ ਲਾਭ ਕੋਈ ਨਹੀਂ। ਇਸ ਤਰ੍ਹਾਂ ਦੀਆਂ ਗੱਲਾਂ, ਤਰਕ ਵਾਲੀਆਂ ਗੱਲਾਂ ਮਨ ਵਿੱਚ ਸ਼ੰਕੇ ਪਾਏ ਜਾ ਰਹੇ ਨੇ। ਕਿਤੇ ਗੁਰੂ ਕਾ ਸਿੱਖ ਬਾਣੀ ਤੋਂ ਟੁੱਟ ਜਾਵੇ, ਬੰਦਾ ਇਨਸਾਨ ਭਜਨ ਤੋਂ ਟੁੱਟ ਜਾਵੇ, ਬੰਦਗੀ ਤੋਂ ਟੁੱਟ ਜਾਵੇ। ਬੰਦਾ ਤੇ ਪਹਿਲਾਂ ਹੀ ਬੰਦਗੀ ਕਰਨ ਲਈ ਤਿਆਰ ਨਹੀਂ, ਤੇ ਜੇ ਇੱਦਾਂ ਦੀਆਂ ਹਵਾਵਾਂ ਚੱਲ ਪਈਆਂ ਤੇ ਪਿਆਰ ਵਾਲਿਓ, ਮਨ ਤੇ ਪਹਿਲਾਂ ਹੀ ਮਨੂਆ ਦਹਿ ਦਿਸਤਾਵਦਾ, ਉਹ ਕੈਸੇ ਹਰ ਗੁਣ ਗਾਵੇ। ਪਰ ਸਤਿਗੁਰੂ ਕਹਿੰਦੇ ਅਜਾਮਲ ਦਾ ਜੀਵਨ ਵੇਖੋ। ਜੇ ਅਜਾਮਲ ਇੱਕ ਬ੍ਰਾਹਮਣ ਕੁਲ ਦੇ ਵਿੱਚ ਪੈਦਾ ਹੋਇਆ, ਜਿਹਦੇ ਪਿਤਾ ਰਾਜ ਘਰਾਣੇ ਦੇ ਵਿੱਚ ਕਥਾ ਵਾਰਤਾ ਕਰਿਆ ਕਰਦੇ ਸਨ, ਪਰਮਾਤਮਾ ਦੀ ਕਥਾ ਕਰਿਆ ਕਰਦੇ ਸਨ, ਔਰ ਉਹਨਾਂ ਨੇ ਆਪਣੇ ਪੁੱਤਰ ਨੂੰ ਵਿਦਿਆਲਿਆ ਦੇ ਵਿੱਚ, ਗੁਰੂ ਕੁਲ ਦੇ ਵਿੱਚ ਪੜ੍ਹਨੇ ਪਾਇਆ ਕਿ ਤੂੰ ਵੀ ਗ੍ਰੰਥਾਂ ਦਾ ਅਧਿਐਨ ਕਰ, ਪਰਮਾਤਮਾ ਦੀ ਕਥਾ ਵਾਰਤਾ ਸਿੱਖ। ਕਹਿੰਦੇ ਨੇ ਜਦੋਂ ਮਾੜਾ ਕਰਮ ਹੋਵੇ ਨਾ, ਤੇ ਫਿਰ ਪਿਆਰ ਵਾਲਿਓ, ਬੰਦਾ ਕਿਸੇ ਦੇ ਸਮਝਾਇਆ ਵੀ ਨਹੀਂ ਸਮਝਦਾ। ਪਰਮਾਤਮਾ ਬਾਰ-ਬਾਰ ਕਿਸੇ ਦੇ ਜਰੀਏ ਇਸ਼ਾਰੇ ਕਰਦਾ, ਪਰ ਬੰਦੇ ਨੂੰ ਸਮਝ ਨਹੀਂ ਪੈਂਦੀ। ਕਹਿੰਦੇ ਅਜਾਮਲ ਦੇ ਗੁਰਦੇਵ ਨੇ ਗੁਰੂ ਕੋਲ ਆਉਣ ਲੱਗਿਆਂ ਹਮੇਸ਼ਾ ਸਾਰੇ ਵਿਦਿਆਰਥੀਆਂ ਨੂੰ ਇਹ ਕਹਿਣਾ ਕਿ ਤੁਸਾਂ ਨੇ ਕਦੇ ਵੀ ਸ਼ਹਿਰ ਦੇ ਵਿੱਚੋਂ ਲੰਘ ਕੇ ਗੁਰੂ ਕੋਲ ਨਹੀਂ ਆਉਣਾ, ਵਿਦਿਆਲਿਆ ਵਿੱਚ ਨਹੀਂ ਆਉਣਾ, ਮਦਰਸੇ ਵਿੱਚ ਇਸ ਤਰ੍ਹਾਂ ਨਹੀਂ ਆਉਣਾ। ਸ਼ਹਿਰ ਦੇ ਬਾਹਰੋਂ ਬਾਹਰ ਸਿੱਧਾ ਵਿਦਿਆਲਿਆ ਵਿੱਚ ਆਉਣਾ, ਤੇ ਵਿਦਿਆਲੇ ਤੋਂ ਜਾਣ ਲੱਗਿਆਂ ਬਾਹਰੋਂ ਬਾਹਰ ਸਿੱਧਾ ਘਰਾਂ ਨੂੰ ਜਾਣਾ। ਪਰ ਕਹਿੰਦੇ ਆ ਅਜਾਮਲ ਜਦੋਂ 18-20 ਸਾਲ ਦੀ ਉਮਰ ਦਾ ਹੋਇਆ, ਕਾਮ ਦੇ ਫੁਰਨੇ ਜਾਗ ਪਏ, ਕਾਮ ਦੀ ਲੂ ਜਾਗ ਪਈ, ਤੇ ਖਾਲਸਾ ਜੀ ਸ਼ਹਿਰ ਦੇ ਬਾਹਰ ਖੜਾ ਇੱਕ ਦਿਨ ਸੋਚਣ ਲੱਗਾ ਕਿ ਗੁਰੂ ਹਮੇਸ਼ਾ ਬਾਰ-ਬਾਰ ਇਹ ਗੱਲ ਕਹਿੰਦੇ ਨੇ, ਗੁਰਦੇਵ ਇਹ ਕਹਿੰਦੇ ਆ ਕਿ ਸ਼ਹਿਰ ਦੇ ਵਿੱਚੋਂ ਲੰਘ ਕੇ ਤੂੰ ਕਦੇ ਵਿਦਿਆਲਾ ਵਿੱਚ ਨਹੀਂ ਆਉਣਾ, ਬਲਕਿ ਸ਼ਹਿਰ ਦੇ ਬਾਹਰੋਂ ਬਾਹਰ ਹੀ ਵਿਦਿਆਲੇ ਵਿੱਚ ਸਿੱਧਾ ਆਉਣਾ ਹੈ, ਤੇ ਵਿਦਿਆਲਾ ਤੋਂ ਜਾਣ ਲੱਗਾ ਸ਼ਹਿਰ ਦੇ ਬਾਹਰੋਂ ਬਾਹਰ ਸਿੱਧਾ ਘਰ ਵਿੱਚ ਜਾਣਾ। ਕਹਿਣ ਲੱਗਾ ਪਰ ਅੱਜ ਸ਼ਹਿਰ ਵਿੱਚ ਜਾ ਕੇ ਅਨੁਭਵਤਾ ਕਰੀਏ। ਜਦੋਂ ਪਿਆਰਿਓ ਸ਼ਹਿਰ ਦੇ ਵਿੱਚ ਗਿਆ ਤੇ ਉੱਥੇ ਵੇਸ਼ਵਾ ਦੇ ਦੁਆਰੇ ਜਾ ਕੇ ਖੜਾ ਹੋ ਗਿਆ। ਉੱਥੇ ਜਾ ਕੇ ਕਾਮ ਦੀ ਲੂ ਆ ਗਈ, ਕਾਮ ਦੀ ਅਗਨੀ ਲੱਗ ਗਈ ਤੇ ਜੀਵਨ ਭ੍ਰਸ਼ਟ ਹੋ ਗਿਆ, ਜੀਵਨ ਧਰਿਗ ਹੋ ਗਿਆ। ਜਦੋਂ ਇਸ ਤਰ੍ਹਾਂ ਦੇ ਕਰਮ ਕਮਾਉਣੇ ਸ਼ੁਰੂ ਕਰ ਦਿੱਤੇ, ਪਿਤਾ ਨੇ ਸੋਚਿਆ ਕਿਉਂ ਨਾ ਇਹਦਾ ਵਿਵਾਹ ਕਰ ਦੇਵਾਂ ਤੇ ਇਹ ਮਾੜੇ ਕੰਮਾਂ ਤੋਂ ਸੁਧਰ ਜਾਵੇਗਾ। ਵਿਵਾਹ ਕੀਤਾ ਗਿਆ। ਕੁਝ ਚਿਰਾਂ ਬਾਅਦ ਪਿਤਾ ਦੀ ਮੌਤ ਹੋ ਗਈ। ਪਿਤਾ ਦੀ ਮੌਤ ਤੋਂ ਬਾਅਦ
ਫਿਰ ਪਿਆਰ ਵਾਲੇ ਉਸੇ ਤਰ੍ਹਾਂ ਮਾੜੇ ਕਰਮ ਕਮਾਉਣ ਲੱਗ ਗਿਆ। ਜਦੋਂ ਉਸਨੇ ਵੇਸ਼ਵਾ ਦੇ ਨਾਲ ਵਿਵਾਹ ਕਰਾ ਲਿਆ, ਉਹਦੀ ਘਰ ਦੀ ਨੇ ਜਾ ਕੇ ਰਾਜੇ ਨੂੰ ਸ਼ਿਕਾਇਤ ਲਾਈ ਤੇ ਰਾਜੇ ਨੇ ਅਜਾਮਲ ਨੂੰ ਬੜਾ ਭਾਰੀ ਦੰਡ ਦਿੱਤਾ।